ਹੈਲੋ एवरीवन। ਅੱਜ ਆਪਾਂ ਕਰਾਂਗੇ ਲੈਸਨ 26 ਰੱਬ ਦੀ ਪੌੜੀ ਦੇ ਪ੍ਰਸ਼ਨ ਉੱਤਰ ਅਤੇ ਬੈਕ ਐਕਸਰਸਾਈਜ਼। ਪਾਠ ਅਭਿਆਸ ਤੋਂ ਸਭ ਤੋਂ ਪਹਿਲਾ ਕੁਐਸਚਨ, ਲੇਖਕ ਨੇ ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ਅਤੇ ਇਹ ਕਿੱਥੇ ਸਥਿਤ ਹੈ? ਆਨਸਰ, ਲੇਖਕ ਨੇ ਰੱਬ ਦੀ ਪੌੜੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਅੰਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ ਅਤੇ ਇਹ ਨਿਊਯਾਰਕ, ਅਮਰੀਕਾ ਵਿੱਚ ਸਥਿਤ ਹੈ। ਕੁਐਸਚਨ ਨੰਬਰ 2, ਲੇਖਕ ਨੇ ਨਿਊਯਾਰਕ ਅਤੇ ਟੋਕੀਓ ਦੇ ਸਟੋਰ ਕਰਮਚਾਰੀਆਂ ਦੇ ਵਤੀਰੇ ਵਿੱਚ ਕੀ ਅੰਤਰ ਦੇਖਿਆ? ਵਤੀਰੇ ਯਾਨੀ ਕਿ ਬਿਹੇਵੀਅਰ। ਆਨਸਰ, ਲੇਖਕ ਨੇ ਟੋਕੀਓ ਦੇ ਇੱਕ 8 ਮੰਜ਼ਲਾ ਸਟੋਰ ਦੀ ਹਰ ਮੰਜ਼ਲ ਦੀ ਪੌੜੀ ਉੱਤੇ ਇੱਕ ਸਜੀ ਸਜਾਈ ਜਾਪਾਨੀ ਕੁੜੀ ਨੂੰ ਇਸ ਲਈ ਖੜੀ ਦੇਖਿਆ ਕਿ ਉਹ ਹਰ ਆਉਣ ਜਾਣ ਵਾਲੇ ਦਾ ਸਵਾਗਤ ਕਰੇ, ਗਾਹਕ ਭਾਵੇਂ ਚੀਜ਼ ਲਵੇ ਨਾ ਲਵੇ। ਨਿਊਯਾਰਕ ਦੇ ਵੱਡੇ ਸਟੋਰ ਦੇ ਕਰਮਚਾਰੀ ਵਪਾਰੀ ਕਿਸਮ ਦੇ ਸਨ। ਉੱਥੇ ਲੇਖਕ ਨੇ ਜਰਾਬਾਂ ਵੇਚਣ ਵਾਲੇ ਵਿਭਾਗ ਦੇ ਨਿਗਰਾਨ ਨੂੰ ਆਪਣੀ ਸੋਚ ਦੀ ਜੁਰਾਬ ਬਾਰੇ ਪੁੱਛਿਆ ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਜੁਰਾਬਾਂ ਵੱਲ ਇਸ਼ਾਰਾ ਕੀਤਾ ਅਤੇ ਜਦੋਂ ਲੇਖਕ ਨੇ ਜੁਰਾਬਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਕਰਮਚਾਰੀ ਨੇ ਉਸ ਨੂੰ ਕਿਹਾ ਕਿ ਪਹਿਲਾਂ ਪੈਸੇ ਦਿਓ, ਫਿਰ ਜੁਰਾਬਾਂ ਖੋਲ੍ਹੋ। ਸਟੋਰ 'ਤੇ ਇੰਨੀ ਭੀੜ ਸੀ ਕਿ ਲੇਖਕ ਧੱਕੇ ਨਾਲ ਹੀ ਸਟੋਰ ਦੇ ਬਾਹਰ ਆ ਗਿਆ। ਲੇਖਕ ਨੂੰ ਟੋਕੀਓ ਦੇ ਸੈਂਟਰ ਦਾ ਅਨੁਭਵ ਇਹ ਹੈ ਕਿ ਉੱਥੇ ਕੋਈ ਫੀਤਾ ਵੀ ਖਰੀਦਣਾ ਹੋਵੇ ਤਾਂ ਕਰਮਚਾਰੀ ਅੱਧਾ ਘੰਟਾ ਤਸੱਲੀ ਨਾਲ ਲਾ ਦਿੰਦੇ ਹਨ ਅਤੇ ਜੇਕਰ ਕੁਝ ਨਾ ਵੀ ਖਰੀਦਣਾ ਹੋਵੇ ਤਾਂ ਬੜੀ ਨਰਮੀ ਨਾਲ ਧੰਨਵਾਦ ਕਰਦੇ ਹਨ ਕਿ ਉਹਨਾਂ ਦੀ ਦੁਕਾਨ ਵਿੱਚ ਉਹਨਾਂ ਦੇ ਯਾਨੀ ਕਿ ਗਾਹਕ ਦੇ ਚਰਨ ਪਏ। ਪਰ ਨਿਊਯਾਰਕ ਵਿੱਚ ਇਸ ਕਿਸਮ ਦਾ ਵਾਤਾਵਰਣ ਮੌਜੂਦ ਨਹੀਂ ਹੈ। ਕੁਐਸਚਨ ਨੰਬਰ 3, ਅੰਪਾਇਰ ਸਟੇਟ ਬਿਲਡਿੰਗ ਦੇ ਉੱਪਰੋਂ ਆਲੇ ਦੁਆਲੇ ਦਾ ਦ੍ਰਿਸ਼ ਕਿਹੋ ਜਿਹਾ ਦਿਖਾਈ ਦਿੰਦਾ ਹੈ? ਅੰਪਾਇਰ ਸਟੇਟ ਬਿਲਡਿੰਗ ਦੀ 86ਵੀਂ ਮੰਜ਼ਿਲ ਤੋਂ ਸਾਰਾ ਨਿਊਯਾਰਕ ਸ਼ਹਿਰ ਦਿਖਾਈ ਦਿੰਦਾ ਹੈ। ਇੱਥੇ ਕੁੰਜਿਆਂ ਉੱਤੇ ਦੂਰਬੀਨ ਲਗਾਈਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ 40-40 ਮੀਲ ਆਲੇ ਦੁਆਲੇ ਦਾ ਨਜ਼ਾਰਾ ਦਿਸਦਾ ਹੈ। ਹੇਠਾਂ ਮਨਹਟਨ ਟਾਪੂ ਦਿਖਾਈ ਦਿੰਦਾ ਹੈ ਜਿਸ ਵਿੱਚ ਘਰ ਡੱਬਿਆਂ ਵਰਗੇ ਤੇ ਸੜਕਾਂ ਉੱਤੇ ਮੋਟਰਾਂ ਕੀੜੀਆਂ ਵਾਂਗ ਤੁਰਦੀਆਂ ਦਿਖਾਈ ਦਿੰਦੀਆਂ ਹਨ। ਹਡਸਨ ਦਰਿਆ ਅਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੂੰ ਟਾਪੂ ਨੂੰ ਬਗਲਾਇਆ ਹੋਇਆ ਹੈ ਜਿਨ੍ਹਾਂ ਵਿੱਚ ਕਿਸ਼ਤੀਆਂ ਅਤੇ ਜਹਾਜ਼ ਖੜ੍ਹੇ ਹਨ। ਨਾਲ ਲੱਗਦੀ ਸਟੇਟ ਨਿਊ ਜਰਸੀ, ਉਸ ਤੋਂ ਪਰੇ ਫੈਕਟਰੀਆਂ, ਉਸ ਤੋਂ ਪਰੇ ਖੇਤ ਤੇ ਖੇਤਾਂ ਤੋਂ ਅੱਗੇ ਸ਼ਹਿਰ ਨਜ਼ਰ ਆਉਂਦੇ ਹਨ। ਇੱਥੇ ਪੁੱਜ ਕੇ ਹਵਾ ਦਾ ਦਬਾਅ ਬਦਲ ਜਾਂਦਾ ਹੈ ਤੇ ਠੰਡ ਵੱਧ ਜਾਂਦੀ ਹੈ। ਇਸ ਤੋਂ ਉੱਪਰ 16ਵੀਂ ਮੰਜ਼ਲਾ ਹੋਰ ਚੜ੍ਹ ਕੇ ਬੰਦਾ ਇਸ ਦੇ ਸਿਖਰ ਉੱਤੇ ਧਰਤੀ ਤੋਂ 1250 ਫੁੱਟ ਉੱਚਾ ਪੁੱਜ ਜਾਂਦਾ ਹੈ। ਇਸ ਉੱਤੇ ਇੱਕ ਹੋਰ ਬੁਰਜੀ ਹੈ ਜਿਸ ਦੀ ਨੋਕ 1472 ਫੁੱਟ ਤੱਕ ਹੈ। 102ਵੀਂ ਮੰਜ਼ਲੇ ਦੇ ਜੰਗਲੇ ਉੱਪਰ ਖੜੇ ਹੋ ਕੇ ਦੂਰਬੀਨ ਨਾਲ ਦੂਰ ਤੱਕ ਵਿਸ਼ਾਲ ਧਰਤੀ ਅਤੇ ਇਸ ਦੇ ਬਦਲਦੇ ਰੰਗ ਦਿਖਾਈ ਦਿੰਦੇ ਹਨ। ਇੱਥੋਂ ਚਮਕਦੇ ਸੂਰਜ ਵਿੱਚ 80 ਮੀਲ ਦੂਰ ਤੱਕ ਵੀ ਚੀਜ਼ ਨਜ਼ਰ ਆਉਂਦੀ ਹੈ। ਇੱਥੋਂ ਹਡਸਨ ਦਰਿਆ ਦੇ ਨਿੱਕੇ ਜਿਹੇ ਟਾਪੂ ਵਿੱਚ ਉਭਰੀ ਹੋਈ ਆਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਦਿਖਾਈ ਦਿੰਦੀ ਹੈ। ਆਮ ਦਿਨਾਂ ਵਿੱਚ ਇਸ ਬਿਲਡਿੰਗ ਦੀ ਸਿਖਰਲੀਆਂ ਮੰਜ਼ਲਾਂ ਤੇ ਬੁਰਜੀ ਬੱਦਲਾਂ ਵਿੱਚ ਢੱਕੀਆਂ ਰਹਿੰਦੀਆਂ ਹਨ। ਇਸ ਦੀਆਂ ਖਿੜਕੀਆਂ ਤੋਂ ਹੇਠਲੇ ਬੱਦਲ ਮੀਂਹ ਵਰ੍ਹਾ ਰਹੇ ਹੁੰਦੇ ਹਨ। ਕਈ ਵਾਰ ਉੱਪਰਲੀ ਮੰਜ਼ਲ ਉੱਤੇ ਮੀਂਹ ਡੁੱਲ੍ਹਾ ਵਦਾ ਦਿਸਦਾ ਹੈ। ਤਾਪਮਾਨ ਦੇ ਬਦਲਣ ਅਤੇ ਲੋੜੇ ਦੀ ਉਚਾਈ ਹੋਣ ਕਰਕੇ ਵਰਖਾ ਦਾ ਰੰਗ ਵੀ ਸੁਰਖ ਨਜ਼ਰ ਆਉਂਦਾ ਹੈ। ਕੁਐਸਚਨ ਨੰਬਰ 4, ਅੰਪਾਇਰ ਸਟੇਟ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਅਤੇ ਇਹ ਕਿਵੇਂ ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ? ਅੰਪਾਇਰ ਸਟੇਟ ਬਿਲਡਿੰਗ ਉਦੋਂ ਬਣਨੀ ਸ਼ੁਰੂ ਹੋਈ ਜਦੋਂ 1930 ਵਿੱਚ ਅਮਰੀਕਾ ਵਿੱਚ ਬੇਹੱਦ ਮੰਦਾ ਆਇਆ ਹੋਇਆ ਸੀ। ਪਹਿਲਾ ਟਰੱਕ 1 ਅਕਤੂਬਰ 1929 ਨੂੰ ਇਸ ਥਾਂ ਪੁੱਜਾ ਜੋ ਇਸ ਥਾਂ ਬਣੇ ਹੋਟਲ ਨੂੰ ਢਾਹਿਆ ਜਾ ਸਕੇ।
ਹੋਟਲ ਦਾ ਲੱਖਾਂ ਟਨ ਮਲਬਾ ਉਠਾ ਕੇ ਇੱਥੇ 55 ਫੁੱਟ ਡੂੰਘੀ ਨੀਂਹ ਪੁੱਟੀ ਗਈ। ਪੌਣੇ 2 ਸਾਲਾਂ ਵਿੱਚ ਵਿਚਿੱਤਰ ਇਮਾਰਤ ਤਿਆਰ ਹੋ ਗਈ। ਇਸ ਦੀ ਉਸਾਰੀ ਦੀ ਰਫ਼ਤਾਰ ਤੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਦੀਆਂ ਹਰ ਹਫ਼ਤੇ ਵਿੱਚ 4 ਮੰਜ਼ਲਾਂ ਤਿਆਰ ਹੋ ਜਾਂਦੀਆਂ। ਜਦੋਂ ਕੰਮ ਜ਼ੋਰ ਉੱਤੇ ਹੁੰਦਾ ਤਾਂ ਇੱਕ ਦਿਨ ਵਿੱਚ ਹੀ 1.5 ਮੰਜ਼ਲ ਉਸਰ ਜਾਂਦੀ। ਟਰੱਕ ਓਨਾ ਹੀ ਮਾਲ ਮਿਣ ਕੇ ਲਿਆਉਂਦੇ ਜਿੰਨਾ ਰਾਤੋਂ ਰਾਤ ਖਤਮ ਹੋ ਜਾਂਦਾ, ਕਿਉਂਕਿ ਫਾਲਤੂ ਸਮਾਨ ਨਾਲ ਆਲੇ ਦੁਆਲੇ ਦੀਆਂ ਗਲੀਆਂ ਤੇ ਰਾਹ ਰੁਕਣ ਦਾ ਡਰ ਸੀ। ਇਸ ਦੀ ਉਸਾਰੀ ਲਈ 60,000 ਟਨ ਫੌਲਾਦ, 8.5 ਮੀਲ ਲੰਬੀਆਂ ਪਾਣੀ ਦੀਆਂ ਨਾਲਾਂ, 3,500 ਮੀਲ ਲੰਬੀ ਟੈਲੀਫੋਨ ਤੇ ਟੈਲੀਗ੍ਰਾਫ ਦੀ ਤਾਰ ਦੀ ਵਰਤੋਂ ਹੋਈ। ਕੁਐਸਚਨ ਨੰਬਰ 5, ਇਸ ਇਮਾਰਤ ਦੀ ਵਰਤੋਂ ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ? ਆਨਸਰ, ਅੰਪਾਇਰ ਸਟੇਟ ਬਿਲਡਿੰਗ ਇਮਾਰਤ ਵਿੱਚ ਸੈਂਕੜੇ ਦਫ਼ਤਰ ਹਨ ਤੇ ਹਜ਼ਾਰਾਂ ਆਦਮੀਆਂ ਕੰਮ ਕਰਦੇ ਹਨ। ਉੱਚੀ ਬੁਰਜੀ ਤੋਂ ਸਾਰੀਆਂ ਟੈਲੀਵਿਜ਼ਨ ਕੰਪਨੀਆਂ ਆਪਣਾ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਹਨ, ਜਿਨ੍ਹਾਂ ਨੂੰ ਆਲੇ ਦੁਆਲੇ ਦੀਆਂ ਸਟੇਟਾਂ ਦੇ 52 ਲੱਖ ਦਰਸ਼ਕ ਦੇਖਦੇ ਹਨ। ਹੁਣ ਆਪਾਂ ਕਰਾਂਗੇ ਨੰਬਰ 3, ਵਾਕਾਂ ਵਿੱਚ ਵਰਤੋਂ। ਸਭ ਤੋਂ ਪਹਿਲਾਂ ਸਜਾਵਟ, ਸਿੰਗਾਰਨ ਦਾ ਕੰਮ। ਵਿਆਹ ਦੇ ਘਰ ਦਾ ਸਜਾਵਟ ਬਹੁਤ ਵਧੀਆ ਸੀ। ਸਿਖਰਲੀ, ਸਭ ਤੋਂ ਉੱਪਰਲੀ। ਮੈਂ ਇਸ ਇਮਾਰਤ ਦੀ ਸਭ ਤੋਂ ਸਿਖਰਲੀ ਮੰਜ਼ਿਲ ਤੇ ਰਹਿੰਦਾ ਹਾਂ। ਚਰਨ ਪਾਉਣੇ, ਪੈਰ ਪਾਉਣੇ। ਧੰਨ ਭਾਗ, ਤੁਸੀਂ ਸਾਡੇ ਘਰ ਚਰਨ ਪਾਏ। ਇੱਥੇ ਤੁਸੀਂ ਚਰਨ ਲਿਖਣਾ ਹੈ। ਪ੍ਰਤੀਕ ਚਿੰਨ੍ਹ, ਇਸ ਕਵਿਤਾ ਵਿੱਚ ਬਹੁਤ ਸਾਰੇ ਸੱਭਿਆਚਾਰਕ ਪ੍ਰਤੀਕ ਚਿੰਨ੍ਹ ਦੀ ਵਰਤੋਂ ਹੈ। ਗੰਧਲਾ, ਮਿੱਟੀ ਮਿਲਿਆ ਤਰਲ। ਇਸ ਸਰੋਵਰ ਦਾ ਪਾਣੀ ਗੰਧਲਾ ਹੈ। ਵਚਿੱਤਰ, ਅਦਭੁਤ। ਕੰਪਿਊਟਰ ਮਨੁੱਖ ਦੀ ਵਚਿੱਤਰ ਕਾਢ ਹੈ। ਵਾਕਈ, ਸੱਚਮੁੱਚ। ਤਾਜ ਮਹਿਲ ਵਾਕਈ ਬਹੁਤ ਸੁੰਦਰ ਇਮਾਰਤ ਹੈ। ਸ਼ਾਹਕਾਰ, ਸਭ ਤੋਂ ਉੱਤਮ ਰਚਨਾ। ਹੀਰ ਵਾਰਿਸ ਸ਼ਾਹ 18ਵੀਂ ਸਦੀ ਦੀ ਸ਼ਾਹਕਾਰ ਰਚਨਾ ਹੈ। ਖਾੜੀ, ਸਮੁੰਦਰ ਦਾ ਧਰਤੀ ਦੇ ਅੰਦਰ ਤੱਕ ਆਇਆ ਹਿੱਸਾ। ਬੰਗਾਲ ਦੇਸ਼ ਬੰਗਾਲ ਦੀ ਖਾੜੀ ਦੇ ਕੰਢੇ ਨਾਲ ਲੱਗਦਾ ਹੈ। ਆਪਣੇ ਪ੍ਰਾਂਤ ਭਾਰਤ ਦੇ ਕਿਸੇ ਹੋਰ ਪ੍ਰਾਂਤ ਜਾਂ ਵਿਦੇਸ਼ ਵਿੱਚ ਕੀਤੀ ਆਪਣੀ ਯਾਤਰਾ ਦਾ ਸੰਖੇਪ ਹਾਲ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ। ਇਹ ਜੋ ਐਸੇ ਹੈ, ਲੇਖ ਰਚਨਾ ਕਿਸੇ ਹੋਰ ਪ੍ਰਾਂਤ ਜਾਂ ਵਿਦੇਸ਼ ਦੀ ਯਾਤਰਾ, ਇਹ ਐਸੇ ਦਾ ਲਿੰਕ ਸਾਡੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਹੈ ਅਤੇ ਇਸ ਵੀਡੀਓ ਦੇ ਉੱਤੇ ਵੀ ਹੈ। ਤੁਹਾਨੂੰ ਇਹ ਐਸੇ ਕਲਿੱਕ ਕਰਕੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। Thank you for watching this video, and also don't forget to like, share and subscribe to our channel. Thank you very much everyone.